तो संगत जी एक सवाल साढ़े को आया होर कि तखत श्री हरमंदर साहब पटना साहब विखे दसम पातशाह जी की फोटो शोभत है ते उत्थे थाली विच दीवे बाल के आरती भी की जाती है। हालांकि ठीक है कि ये गल जी है वो साडे विधान दे बिल्कुल उल्ट है, परंतु ये हो रही है। डॉक्टर सुखदेव सिंह जी मोहाली तो पुछते हैं भी इसका कारण की है, तो मैं भी हरजीत सिंह जी बेनती कर रहा भी ये बारे सानू जानना पाओ कि थाली विच दीवे बाल के आरती करनी या गुरु साहबान दियां 100 कार्ड फोटो लगाउणियां, ये कित्थों तक जायज़ है? जायज़ तो नहीं है, पर इहनूं आपां की करिए कि संगतां में जागरूकता पैदा होवे कि असीं किधर जा रहे हैं। वीर हरजीत सिंह। वाहिगुरू जी का खालसा वाहिगुरू जी की फतेह। वाहिगुरू जी की सिख ਰਹਿਤ ਮਰਿਆਦਾ ਵਿੱਚ ਗੁਰਦੁਆਰਾ ਸਰਲੇਖ ਦੇ ਹੇਠ ਆਪ ਜੀ ਪੜ੍ਹ ਸਕਦੇ ਹੋ। ਸੱਸਾ ਮਦ ਹੈ ਜਿਹੜੀ ਪੇਜ ਨੰਬਰ 9 ਦੇ ਉੱਤੇ ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ ਧੂਪ ਆਦਿ ਸੁਗੰਧੀਆਂ ਵਰਤਣੀਆਂ ਵਰਜਿਤ ਨਹੀਂ। ਕਮਰੇ ਅੰਦਰ ਰੋਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ। ਤਾਂ ਇਹ ਸਿੱਖ ਰਹਿਤ ਮਰਿਆਦਾ ਜਿਹੜੇ ਕੰਸਟੀਟਿਊਸ਼ਨ ਨੂੰ ਸੰਵਿਧਾਨ ਕਹਿੰਦੇ ਆ, ਉਹਦੇ ਵਿੱਚ ਗੁਰਦੁਆਰਾ ਸਰਲੇਖ ਹੇਠ ਇਹ ਸਾਰਾ ਦਿੱਤਾ ਗਿਆ ਹੈ। ਹੁਣ ਸਵਾਲ ਇਹ ਹੈ ਵੀ ਆਰਤੀ ਹੁੰਦੀ ਕੀ ਚੀਜ਼ ਹੈ। ਪ੍ਰੋਫੈਸਰ ਸਾਹਿਬ ਸਿੰਘ ਦੇ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਜਦੋਂ ਸ਼ਬਦ ਅਰਥ ਕੀਤੇ ਤਾਂ ਉਹਨਾਂ ਨੇ ਆਰਤੀ ਦੀ ਪਰਿਭਾਸ਼ਾ ਦਿੱਤੀ। ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜੇ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ। ਹਿੰਦੂ ਮਤ ਅਨੁਸਾਰ 4 ਵਾਰੀ ਚਰਨਾਂ ਅੱਗੇ, 2 ਵਾਰੀ ਨਾਭੀ ਅੱਗੇ, 1 ਵਾਰੀ ਮੂੰਹ ਉੱਤੇ ਤੇ 7 ਵਾਰੀ ਸਰੀਰ ਉੱਤੇ ਦੀਵੇ ਘੁਮਾਉਣੇ ਚਾਹੀਦੇ ਹਨ। ਦੀਵਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ, 1 ਤੋਂ ਲੈ ਕੇ 100 ਤੱਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਆਰਤੀ ਦਾ ਨਿਖੇਧ ਕਰਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਵਡਿਆਈ ਕੀਤੀ ਹੈ। ਉਹ ਸ਼ਬਦ ਧਨਾਸਰੀ ਰਾਗ ਵਿੱਚ ਅਸੀਂ ਪੜ੍ਹਦੇ ਹਾਂ, ਸੋਹਿਲੇ ਦੀ ਬਾਣੀ ਵਿੱਚ ਵੀ ਰੋਜ਼ ਪੜ੍ਹਦੇ ਹਾਂ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਨ ਬਨਰਾਏ ਫੁਲੰਦ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਣਾ, ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ। ਇਸ ਸ਼ਬਦ ਵਿੱਚ ਉਸ ਆਰਤੀ ਦਾ ਜ਼ਿਕਰ ਕੀਤਾ ਗਿਆ ਜਿਸ ਆਰਤੀ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜਗਨਨਾਥਪੁਰੀ ਗਏ, ਆਰਤੀ ਹੋ ਰਹੀ ਸੀ ਤੇ ਗੁਰੂ ਸਾਹਿਬ ਬਾਹਰ ਮੰਦਿਰ ਦੇ ਬਾਹਰ ਜਗਨਨਾਥਪੁਰੀ ਦੇ ਖੜੇ ਸੀ। ਜਦੋਂ ਪਾਂਡਿਆਂ ਨੇ ਆਰਤੀ ਸਮਾਪਤ ਕਰ ਲਈ ਤੇ ਮਹਾਰਾਜ ਨੂੰ ਸਵਾਲ ਕੀਤਾ, ਪਾਤਸ਼ਾਹ ਤੁਸੀਂ ਆਰਤੀ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ? ਤੇ ਗੁਰੂ ਸਾਹਿਬ ਦਾ ਜਵਾਬ ਸੀ, ਅਸੀਂ ਉਹ ਆਰਤੀ ਕਰ ਰਹੇ ਹਾਂ, ਉਹ ਆਰਤੀ ਦਾ ਆਨੰਦ ਮਾਣ ਰਹੇ ਹਾਂ ਜਿਹੜੀ ਆਰਤੀ ਉਸ ਕਰਤਾਰ ਦੇ ਹੁਕਮ ਵਿੱਚ ਲਗਾਤਾਰ ਹੀ ਹੋ ਰਹੀ ਹੈ। ਕਿਹੜੀ ਆਰਤੀ? ਕਹਿੰਦੇ ਸਾਰਾ ਆਕਾਸ਼ ਇੱਕ ਥਾਲ ਹੈ, ਸੂਰਜ ਚੰਦ ਇਸ ਥਾਲ ਵਿੱਚ ਦੀਵੇ ਹਨ, ਤਾਰਿਆਂ ਦਾ ਸਮੂਹ ਉਹਦੇ 'ਚ ਮੋਤੀ ਰੱਖੇ ਹੋਏ ਹਨ, ਹਿਮਾਲਿਆ ਪਰਬਤ ਤੋਂ ਆਉਣ ਵਾਲੀ ਹਵਾ ਧੂਪ ਧੁਖ ਰਹੀ ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਪ੍ਰਭੂ ਦੀ ਆਰਤੀ ਲਈ ਫੁੱਲ ਵੰਡ ਰਹੀ ਹੈ। ਤੇ ਅੱਗੋਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਰਾਹੋਂ ਦੀ ਪੰਕਤੀ 'ਚ ਗੱਲ ਕੀਤੀ ਸੀ, ਕੈਸੀ ਆਰਤੀ ਹੋਏ ਭਾਵ ਖੰਡਣਾ, ਇਹ ਜੀਵਾਂ ਦੇ ਜਨਮ ਮਰਨ ਕੱਟਣ ਵਾਲੇ ਪਰਮਾਤਮਾ, ਭਾਵ ਖੰਡਣਾ ਭਾਵ ਖੰਡਣ ਵਾਲੇ ਕੁਦਰਤ 'ਚ ਤੇਰੀ ਕਿਹੋ ਜਿਹੀ ਆਰਤੀ ਹੋ ਰਹੀ ਹੈ। ਸਭ ਜੀਵਾਂ ਦੇ ਵਿੱਚ ਤੇਰੀ ਉਹ ਆਰਤੀ ਚੱਲ ਰਹੀ ਹੈ। ਇੱਕ ਰਸ ਰੋ ਮਾਨੋ ਤੇਰੀ ਆਰਤੀ ਦੇ ਇਹ ਨਗਾਰੇ ਵੱਜ ਰਹੇ ਹਨ, ਲਗਾਤਾਰ ਜੋ ਸਵਾਸ ਨਾਲ ਵੱਜਦੇ ਨੇ ਉਹ ਤੇਰੇ ਮਾਨੋ ਨਗਾਰੇ ਵੱਜ ਰਹੇ ਹਨ। ਤਾਂ ਇਹ ਆਰਤੀ ਦੀ ਗੱਲ ਜਿਹੜੀ ਕੀਤੀ ਗਈ ਇਹ ਗੁਰਬਾਣੀ ਦੇ ਵਿੱਚ ਕੀਤੀ ਗਈ। ਹੁਣ ਸਵਾਲ ਇਹ ਹੈ ਵੀ ਇਹ ਆਰਤੀ ਉੱਥੇ ਕਿਉਂ ਹੁੰਦੀ ਹੈ? ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਦਾ ਜੋ ਸਮਾਂ ਹੈ ਉਹ ਸਿੱਖਾਂ ਲਈ 1734 ਤੋਂ ਬਾਅਦ ਬਹੁਤ ਭਿਆਨਕ ਸਮਾਂ ਰਿਹਾ। ਸਿੱਖ ਆਪਣੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਨਹੀਂ ਰੱਖ ਸਕੇ। ਗੁਰਧਾਮਾਂ ਦੀ ਅੰਦਰਲੀ ਮਰਿਆਦਾ ਜਿਹੜੀ ਸੀ, ਉਦਾਸੀਆਂ
ਨਿਰਮਲੇ ਸੰਪਰਦਾਵਾਂ ਦੇ ਹੱਥਾਂ ਵਿੱਚ ਚਲੀ ਗਈ। ਪਹਿਲਾਂ ਤਾਂ ਉਹਨਾਂ ਨੇ ਕੁਝ ਸਿੱਖੀ ਸਿਧਾਂਤਾਂ ਦੀ ਗੱਲ ਕੀਤੀ, ਲੇਕਿਨ ਹੌਲੀ-ਹੌਲੀ ਜਿਵੇਂ ਸਮਾਂ ਲੰਘਦਾ ਜਾਂਦਾ ਹੈ, ਆਪਣੀ ਪਕੜ ਵੱਧਦੀ ਜਾਂਦੀ ਹੈ, ਤਾਂ ਫਿਰ ਉਹਦੇ ਵਿੱਚ ਉਹ ਸਾਰੇ ਅਨਮਤੀਆਂ ਦੇ ਸਿਧਾਂਤ ਜਿਹੜੇ ਸੀ ਵਰਤਣੇ ਸ਼ੁਰੂ ਹੋ ਗਏ। ਮੂਰਤੀਆਂ ਵੀ ਰੱਖੀਆਂ ਜਾਣ ਲੱਗ ਪਈਆਂ, ਆਰਤੀਆਂ ਵੀ ਉਤਾਰੀਆਂ ਜਾਣ ਲੱਗ ਪਈਆਂ। ਇਹ ਸਾਰਾ ਕੁਝ ਉੱਥੇ ਵਾਪਰਦਾ ਰਿਹਾ। ਤੇ ਉਹ ਆਰਤੀਆਂ ਉਤਾਰਦਿਆਂ ਭਾਵੇਂ ਗੁਰਧਾਮ ਆਜ਼ਾਦ ਹੋ ਗਏ, ਲੇਕਿਨ ਸਿੱਖਾਂ ਦੇ ਅੰਦਰਲੀ ਮਰਿਆਦਾ ਆਜ਼ਾਦ ਨਾ ਹੋਈ। ਇਹ ਕੇਵਲ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਗੱਲ ਹੀ ਨਹੀਂ, ਜੇ ਦੂਜੇ ਤਖਤ ਤੇ ਸ੍ਰੀ ਹਜ਼ੂਰ ਸਾਹਿਬ ਤੇ ਚਲੇ ਜਾਈਏ, ਉੱਥੇ ਤਾਂ ਇਸ ਤੋਂ ਵੱਧ ਕੇ ਵੀ ਹੋਰ ਬਹੁਤ ਕੁਝ ਕੀਤਾ ਜਾਂਦਾ ਹੈ। ਉੱਥੇ ਦਾ ਖੂਨ ਦਾ ਤਿਲਕ ਵੀ ਲਾਇਆ ਜਾਂਦਾ, ਟਿੱਕੇ ਵੀ ਲਾਏ ਜਾਂਦੇ ਹਨ, ਹੋਰ ਅਨੇਕਾਂ ਐਸੇ ਕਰਮ ਕੀਤੇ ਜਾਂਦੇ ਹਨ ਜਿਹੜੇ ਸਿੱਖੀ ਮਰਿਆਦਾ ਅਨੁਸਾਰ ਨਹੀਂ ਹਨ ਜਾਂ ਗੁਰਬਾਣੀ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ। ਇਹਦੇ ਵਿੱਚ ਜੋ ਕਮਜ਼ੋਰੀ ਹੈ, ਉਹ ਸਾਰੇ ਕਮਜ਼ੋਰੀ ਦਾ ਕਾਰਨ ਇਹ ਹੈ ਵੀ ਸਾਡੀਆਂ ਗੁਰਦੁਆਰਾ ਦਾ ਪ੍ਰਬੰਧ ਇੱਕ ਜਗ੍ਹਾ ਤੇ ਨਾ ਹੋਣਾ। ਪਟਨਾ ਸਾਹਿਬ ਹਰਿਮੰਦਰ ਸਾਹਿਬ ਦਾ ਜਿਹੜਾ ਬੋਰਡ ਹੈ ਉਹ ਵੱਖਰਾ ਹੈ, ਹਜ਼ੂਰ ਸਾਹਿਬ ਦਾ ਬੋਰਡ ਵੱਖਰਾ ਹੈ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਖਰੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਪਟਨਾ ਸਾਹਿਬ ਦੇ ਗੁਰਦੁਆਰੇ ਦਾ ਪ੍ਰਬੰਧ ਆਉਂਦਾ ਹੀ ਨਹੀਂ, ਹਜ਼ੂਰ ਸਾਹਿਬ ਦੇ ਗੁਰਦੁਆਰੇ ਦਾ ਪ੍ਰਬੰਧ ਆਉਂਦਾ ਹੀ ਨਹੀਂ। ਪਰ ਇਹ ਵੀ ਗੱਲ ਨਹੀਂ ਕਿ ਜਿਹੜੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵੀ ਹਨ, ਉੱਥੇ ਵੀ ਇਹ ਗੁਰਮਤਿ ਦੇ ਅਨੁਸਾਰ ਤੇ ਪਹਿਰਾ ਨਹੀਂ ਦਿੱਤਾ ਜਾਂਦਾ। ਉੱਥੇ ਵੀ ਕਿਤੇ ਨਾ ਕਿਤੇ ਕਮਜ਼ੋਰੀ ਆਉਂਦੀ ਹੈ। ਜਿਵੇਂ ਅਸੀਂ ਪਿੱਛੇ ਵੀ ਵਿਚਾਰ ਕੀਤੀ ਸੀ ਕਿ ਦਰਬਾਰ ਸਾਹਿਬ ਦੀ ਵਿੱਚੋਂ ਮਰਿਆਦਾ ਦੇ ਵਿੱਚ ਵੀ ਕੁਝ ਰਹਿਤ ਮਰਿਆਦਾ ਤੇ ਅਗੇਂਸਟ ਜਿਹੜੀਆਂ ਗੱਲਾਂ ਹੁੰਦੀਆਂ ਨੇ। ਤਾਂ ਇਸ ਢੰਗ ਦੇ ਨਾਲ ਚਾਹੀਦਾ ਤੇ ਇਹ ਹੈ ਵੀ ਇਹਨਾਂ ਸਾਰਿਆਂ ਨੂੰ ਮਿਲ ਬਿਠਾ ਕੇ ਵਿਚਾਰ ਕਰਕੇ ਉਹਨਾਂ ਨੂੰ ਗੁਰਮਤਿ ਦੀ ਸੁੱਝ ਦਿੱਤੀ ਜਾਵੇ। ਪਰ ਉੱਥੇ ਆਪਣੇ ਇਲਾਕੇ ਦਾ ਬੋਲਬਾਲਾ ਹੋਣ ਕਰਕੇ ਜਿਹੜਾ ਮਹੰਤ ਸਿਸਟਮ ਹੈ ਉਹ ਅੱਜ ਵੀ ਚੱਲਦਾ ਹੈ। ਅੱਜ ਵੀ ਮਹੰਤ ਸਿਸਟਮ ਦੇ ਮੁਤਾਬਕ ਹੀ ਉੱਥੇ ਕੰਮ ਹੁੰਦਾ ਹੈ, ਉਹਨਾਂ ਦੇ ਮੁਤਾਬਕ ਹੀ ਉਹਨਾਂ ਦੀ ਸੋਚ। ਉਹ ਇੱਕੋ ਗੱਲ ਜਦੋਂ ਤੁਸੀਂ ਹਜ਼ੂਰ ਸਾਹਿਬ ਜਾ ਕੇ ਦੇਖੋ, ਪਹਿਲੀ ਗੱਲ ਜਦੋਂ ਸ਼ੁਰੂ ਕਰਨਗੇ, ਇੱਥੋਂ ਦੀ ਮਰਿਆਦਾ ਵੱਖਰੀ ਹੈ, ਇੱਥੋਂ ਦੀ ਮਰਿਆਦਾ ਸਾਡੀ ਅਲੱਗ ਹੈ ਜੀ, ਇੱਥੇ ਉਹ ਮਰਿਆਦਾ ਨਹੀਂ ਹੈ। ਇਸੇ ਤਰ੍ਹਾਂ ਹੋਰ ਗੁਰਦੁਆਰੇ 'ਚ ਵੀ ਜਦੋਂ ਜਾਂਦੇ ਆ ਤੇ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਕਮਜ਼ੋਰੀ ਕਿਉਂ ਆਈ ਹੈ ਕਿ ਗੁਰਦੁਆਰਾ ਐਕਟ ਜਿਹੜਾ ਸੀ ਉਹਦੇ ਅਧੀਨ ਇਹ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਅੰਡਰ ਨਾ ਆ ਸਕੇ, ਔਰ ਇਹਨਾਂ ਉੱਤੇ ਉਹਨਾਂ ਦਾ ਬੋਲਬਾਲਾ ਵੀ ਨਹੀਂ ਹੈ। ਪਰ ਤਕਲੀਫ ਇਹ ਹੈ ਵੀ ਜੇ ਮਰਿਆਦਾ ਦੀ ਵਿਰੋਧਤਾ ਹੈ ਤਾਂ ਫਿਰ ਉਹਨਾਂ ਦੇ ਬੰਦਿਆਂ ਨੂੰ ਬਿਠਾਇਆ ਕਿਉਂ ਜਾਂਦਾ ਜਦੋਂ ਫਿਰ ਕੌਮੀ ਫੈਸਲੇ ਕੀਤੇ ਜਾਂਦੇ ਹਨ। ਵੀ ਜਿਹੜੇ ਆਪ ਹੀ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਹੋਣ, ਉਹ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਕਿਵੇਂ ਦੇ ਸਕਦੇ ਹਨ। ਬੜੀ ਸਪਸ਼ਟ ਜੀ ਗੱਲ ਹੈ ਵੀ ਇਹਦੇ ਲਈ ਸਾਨੂੰ ਬਹੁਤ ਉਦਮ ਦੀ ਲੋੜ ਪਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਕੀਨੀ ਤੌਰ ਤੇ ਇਹ ਵਿਸ਼ਵਾਸ ਦੇਣਾ ਚਾਹੀਦਾ ਹੈ ਕਿ ਅਸੀਂ ਸਿੱਖ ਰਹਿਤ ਮਰਿਆਦਾ ਤੋਂ ਅਗੇਂਸਟ ਕੋਈ ਕੰਮ ਵੀ ਆਪਣੇ ਗੁਰਦੁਆਰਿਆਂ 'ਚ ਨਹੀਂ ਕਰਾਂਗੇ। ਜਿਹੜੇ ਗੁਰਦੁਆਰੇ ਇਸ ਬੋਰਡ ਦੇ ਹਨ ਉਹਨਾਂ ਨਾਲ ਵੀ ਗੱਲਬਾਤ ਰਾਹੀਂ ਇਹ ਮਸਲੇ ਹੱਲ ਕਰਨ ਦੀ ਲੋੜ ਹੈ। ਇਹ ਹੋਰ ਇਹਦੇ ਵਿੱਚ ਜਾਂ ਆਰਤੀ ਜਾਂ ਗੁਰਮਤਿ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ। ਇਹ ਨਕਲ ਹੈ ਉਸ ਮਤ ਦੀ ਜਿਹੜਾ ਬਹੁ ਗਿਣਤੀ ਸੀ ਜਿਸ ਇਲਾਕਿਆਂ 'ਚੋਂ ਰਹਿੰਦੇ ਨੇ, ਉਹਦੀ ਨਕਲ ਜਿਹੜੀ ਹੈ ਚੱਲ ਰਹੀ ਹੈ। ਪਰ ਬਹੁਤ ਸਾਰੇ ਸਾਧਾਂ ਦੇ ਡੇਰਿਆਂ ਦੇ ਉੱਤੇ ਵੀ ਇਹ ਆਰਤੀਆਂ ਦਾ ਕੰਮ ਜਿਹੜਾ ਚੱਲਦਾ ਹੈ, ਜਿਹੜਾ ਗੁਰਮਤਿ ਅਨੁਸਾਰੀ ਨਹੀਂ ਹੈ। ਗੁਰਮਤਿ ਵਿੱਚ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਆਰਤੀ ਦਾ ਜ਼ਿਕਰ ਕੀਤਾ ਹੈ, ਜਿਹੜੀ ਆਰਤੀ ਲਗਾਤਾਰ ਇੱਕ ਰੋਹ ਪਰਮੇਸ਼ਰ ਦੇ ਹੁਕਮ ਵਿੱਚ ਚੱਲ ਰਹੀ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਸਵਾਲ ਦਾ ਜਵਾਬ ਸਾਨੂੰ ਦਿੱਤਾ। ਸੰਗਤ ਜੀ, ਅੱਜ ਅਸੀਂ ਉਸ ਸਿਚੁਏਸ਼ਨ ਤੇ ਪਹੁੰਚ ਗਏ ਹਾਂ ਕਿ ਇਹ ਜਿਹੜੀਆਂ ਮਨਮਤੀਆਂ ਜਾਂ ਕੁਰੀਤੀਆਂ ਹੋ ਰਹੀਆਂ ਨੇ, ਇਹਨਾਂ ਨੂੰ ਹਟਾਉਣਾ ਬੜਾ ਔਖਾ ਹੋ ਗਿਆ। ਅਸਲ ਜੇ ਆਪਾਂ ਚਾਹੀਏ ਵੀ ਓਵਰਨਾਈਟ ਹੋ ਜਾਏਗਾ, ਇਹ ਬੜਾ ਮੁਸ਼ਕਲ ਹੈ। ਦੇਖੋ, ਜੇ ਤਖਤ ਸਾਹਿਬਾਨ ਤੇ ਜਿਵੇਂ ਹੁਣ ਆਪਣੀ ਸਰਵਣ ਕੀਤਾ, ਉੱਥੇ ਬਕਾਇਦਾ ਫੋਟੋ ਵੀ ਲਾਈ ਜਾ ਰਹੀ ਹੈ ਔਰ ਆਰਤੀ ਵੀ ਕੀਤੀ ਜਾ ਰਹੀ ਹੈ, ਔਰ ਜੇ ਨਾਲ ਇਹ ਕਹੇ ਸਾਡੀ ਮਰਿਆਦਾ ਵੱਖਰੀ, ਜਦ ਕੌਮ ਵੇਖਿਆ ਤਾਂ ਮਰਿਆਦਾ ਵੱਖਰੀ ਕੀ। ਜੇ ਇਹ ਚੀਜ਼ ਹੈ ਮਰਿਆਦਾ ਵੱਖਰੀ ਹੈ ਤਾਂ ਹੀ ਤਾਂ ਸਾਰਾ ਬਖੇੜਾ ਪੈ ਰਿਹਾ। ਤੇ ਜੇ ਮਰਿਆਦਾ ਵੱਖੋ ਵੱਖਰੀ ਰਹੇਗੀ ਤਾਂ ਕੌਮ ਤਾਂ ਕਦੀ ਵੀ ਇਕੱਠੀ ਨਹੀਂ ਹੋ ਸਕਦੀ। ਇਸ ਲਈ ਮੈਂ ਲਫ਼ਜ਼ ਵਰਤਿਆ ਵੀ ਇਹ ਬੜਾ ਔਖਾ ਕੰਮ ਹੈ। ਪਰ ਉਹਦੇ ਲਈ ਕੀ ਹੈ ਕਿ ਅਸੀਂ ਆਪੋ ਆਪਣੇ ਲੈਵਲ ਤੇ ਜਾਗਰੂਕ ਹੋਈਏ ਵੀ ਘੱਟੋ ਘੱਟ ਅਸੀਂ ਆਪਣੇ ਆਪ ਤੋਂ ਸ਼ੁਰੂ ਕਰੀਏ ਵੀ ਅਸੀਂ ਤਾਂ ਨਹੀਂ ਕਿਤੇ ਫੋਟੋਆਂ ਦੀ ਪੂਜਾ ਕਰ ਰਹੇ ਜਾਂ ਅਸੀਂ ਉਹਨਾਂ ਸ਼ਾਮਲ ਤਾਂ ਨਹੀਂ ਹੋ ਰਹੇ। ਤਾਂ ਆਓ ਆਪਾਂ ਇੱਕ ਇਹ ਦ੍ਰਿੜ ਨਿਸ਼ਚਾ ਬਣਾਈਏ ਕਿ ਇਹ ਜਿਹੜੀਆਂ ਚੀਜ਼ਾਂ ਗਲਤ ਹੋ ਰਹੀਆਂ ਨੇ, ਇਹ ਕੌਮੀ ਲੈਵਲ ਤੇ ਕਦੋਂ ਠੀਕ ਹੋਣਗੀਆਂ ਮੈਂ ਕਹਿ ਨਹੀਂ ਸਕਦਾ ਜੀ, ਸਮਾਂ ਲੱਗੇਗਾ। ਮੈਂ ਪਹਿਲੇ ਕਿਹਾ ਬੜਾ ਔਖਾ ਕੰਮ ਹੈ, ਪਰੰਤੂ ਅਸੀਂ ਆਪਣੇ ਇੰਡੀਵਿਜੂਅਲ ਲੈਵਲ ਤੇ ਵਿਅਕਤੀਗਤ ਤੌਰ ਤੇ ਅਸੀਂ ਇਹਦੇ ਬਾਰੇ ਜਾਗਰੂਕ ਹੋਈਏ
ਔਰ ਆਪ ਹੀ ਉਹਨਾਂ ਨੂੰ ਅਪਣਾਈਏ ਨਾ ਸਹੀ ਗੱਲਾਂ ਨੂੰ, ਔਰ ਜਿਹੜੀਆਂ ਕੁਰੀਤੀਆਂ ਹੋ ਰਹੀਆਂ ਨੇ ਉਹਦੇ ਬਾਰੇ ਅਸੀਂ ਪੁਆਇੰਟ ਆਊਟ ਕਰਨ ਤੇ ਗੁਰੇਜ਼ ਨਾ ਕਰੀਏ। ਵੀ ਜੇ ਕਿਸੇ ਦੇ ਘਰ ਵਿੱਚ ਕੋਈ ਐਸਾ ਪ੍ਰੋਗਰਾਮ ਹੋ ਰਿਹਾ ਤੇ ਸਾਨੂੰ ਬਿਲਕੁਲ ਆਪਣੇ ਬੜੇ ਮਿੱਠੇ ਜਿਹੇ ਲਹਿਜੇ ਦੇ ਨਾਲ ਉਹਨਾਂ ਨੂੰ ਜ਼ਰੂਰ ਸਮਝਾਉਣਾ ਚਾਹੀਦਾ ਵੀ ਇਹ ਗੱਲ ਜਿਹੜੀ ਹੈ ਇਹ ਮਰਿਆਦਾ ਦੇ ਉਲਟ ਹੈ ਜਾਂ ਸਿੱਖੀ ਸਿਧਾਂਤਾਂ ਦੇ ਉਲਟ ਹੈ। ਤੋ ਸਾਨੂੰ ਸਾਰੀ ਕੌਮ ਨੂੰ ਜਾਗਰੂਕ ਹੋਣਾ ਪਏਗਾ, ਕਿਉਂਕਿ ਇਸ ਵੇਲੇ ਤਾਣਾ ਬਾਣਾ ਕਾਫੀ ਉਲਝਿਆ ਹੈ। ਤੇ ਉਹਨੂੰ ਸੁਲਝਾਉਣ ਲਈ ਕਿਸੇ ਨੇ ਬਾਹਰੋਂ ਨਹੀਂ ਹੋਣਾ, ਅਸੀਂ ਆਪ ਹੀ ਕਰਨਾ ਹੈ। ਪਰ ਉਹਦੇ ਲਈ ਇੱਕ ਜਾਗਰੂਕਤਾ ਦੀ ਲੋੜ ਹੈ, ਉਹਦੇ ਲਈ ਸਾਨੂੰ ਇੱਕ ਮੈਂ ਸਮਝਾਂਗਾ ਇਨੀਸ਼ੀਏਟਿਵ ਦੀ ਲੋੜ ਹੈ। ਤੇ ਅਸੀਂ ਆਪਣਾ ਘੁੰਗਟ ਲਾ ਕੇ ਇਸ ਪਾਸੇ ਚੱਲੀਏ ਕਿ ਕਿਵੇਂ ਮਰਿਆਦਾ ਨੂੰ ਆਪਾਂ ਲਾਗੂ ਕਰਨਾ ਤੇ ਕਰਾਉਣਾ। ਤੇ ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ।